ਅੱਜ ਉਹਦਾ ਐ ਚਲੇ ਜਾਣਾ। ਇੱਕ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ। ਆਪਦੇ ਆਈਟੀ ਸੈੱਲਾਂ ਰਾਹੀਂ ਤੁਸੀਂ ਇਹ ਗੱਲ ਕੱਢਦੇ ਹੋ ਕਿ ਜੀ ਅਸੀਂ VIP ਕਲਚਰ ਖਤਮ ਕਰ ਦਿੱਤਾ। ਮੇਰੀ ਇੱਕ ਬੇਨਤੀ ਹੈ ਤੇ ਸਵਾਲ ਹੈ ਸਾਰੇ ਸੱਜਣਾਂ ਨੂੰ, ਆਮ ਆਦਮੀ ਪਾਰਟੀ ਵਾਲਿਆਂ ਨੂੰ, ਮੈਨੂੰ ਇੱਕ MLA ਦੱਸ ਦਿਓ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਜਿਹਨੇ ਸਿਕਿਉਰਿਟੀ ਨਾ ਲਈ ਹੋ। ਤੁਸੀਂ ਠੱਗ ਲਿਆ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਵੱਡੀਆਂ ਵੱਡੀਆਂ ਗੱਲਾਂ ਸੁਣਾ ਕੇ। ਪਰ ਮੇਰੀ ਤਾਂ ਤੁਹਾਨੂੰ ਅੱਜ ਦੇ ਦਿਨ ਹੱਥ ਬੰਨ੍ਹ ਕੇ ਬੇਨਤੀ ਹੈ, ਪੰਜਾਬ ਦੇ ਅਮਨ ਕਾਨੂੰਨ ਨਾਲ, ਪੰਜਾਬ ਦੇ ਨੌਜਵਾਨ ਬੱਚਿਆਂ ਨਾਲ ਖੇਡੋ ਨਾ। ਇਹ ਦੱਸਣ ਜਿਹੜੇ ਕਹਿੰਦੇ ਅਸੀਂ VIP ਕਲਚਰ ਖਤਮ ਕਰਤਾ, ਕਿ ਇਹਨਾਂ ਨੇ ਕਿਸੇ ਨੇ ਕੋਈ ਇੱਕ ਗਨਮੈਨ ਛੱਡਿਆ, ਕਿਸੇ ਨੇ ਕੋਈ ਸਰਕਾਰੀ ਗੱਡੀ ਛੱਡੀ, ਕਿਸੇ ਨੇ ਸਰਕਾਰੀ ਤੇਲ ਛੱਡਿਆ। ਸੋ ਅੱਜ ਮੇਰੀ ਬੇਨਤੀ ਹੈ, ਇਹ ਸਭ ਕੌਨਫੀਡੈਂਸ਼ੀਅਲ ਗੱਲ ਹੈ। ਗ੍ਰਹਿ ਵਿਭਾਗ ਇਹ ਚੌਥੀ ਲਿਸਟ ਹੈ ਜੀ, ਇਹ ਪਹਿਲੀ ਲਿਸਟ ਨਹੀਂ ਗਈ। 2 ਮਹੀਨਿਆਂ 'ਚ ਸਰਕਾਰ ਨੇ ਹੋਰ ਕੋਈ ਕੰਮ ਨਹੀਂ ਕੀਤਾ, ਨਾ ਬਿਜਲੀ ਵੱਲ ਨਹੀਂ ਧਿਆਨ ਦਿੱਤਾ, ਨਾ ਇਹਨਾਂ ਨੇ ਅਮਨ ਕਾਨੂੰਨਾਂ ਨਹੀਂ ਧਿਆਨ ਦਿੱਤਾ, ਨਾ ਇਹਨਾਂ ਨੇ ਬੀਬੀਆਂ ਨੂੰ ਜਿਹੜਾ 1000 ਰੁਪਇਆ ਦੇਣਾ ਸੀ ਉਹਦੇ ਵੱਲ ਨਹੀਂ ਧਿਆਨ ਦਿੱਤਾ। ਸਿਰਫ ਚੌਥੀ ਵਾਰੀ ਇੱਕ ਕਾਲਾ ਦਿਨ ਹੈ ਪੰਜਾਬ ਦੇ ਇਤਿਹਾਸ ਵਿੱਚ। ਕਿਉਂ ਮੈਂ ਕਾਲਾ ਦਿਨ ਕਹਿ ਰਿਹਾ? ਇਸ ਕਰਕੇ ਨਹੀਂ ਕਿ ਇੱਕ ਕਾਂਗਰਸ ਦੇ ਲੀਡਰ ਦੀ ਡੈਥ ਹੋਈ ਹੈ, ਪਰ ਇਸ ਕਰਕੇ ਹੈ ਕਿ ਇੱਕ ਨੌਜਵਾਨ ਜਿਨੇ ਆਪ ਦੇ ਅੰਦਰ ਟੈਲੈਂਟ ਪੈਦਾ ਕਰਕੇ ਆਪ ਦਾ ਬਹੁਤ ਛੋਟੀ ਉਮਰ ਵਿੱਚ ਨਾਮ ਬਣਾਇਆ, ਕੱਲਾ ਦੇਸ਼ 'ਚ ਨਹੀਂ ਵਿਦੇਸ਼ਾਂ 'ਚ ਵੀ, ਜਿਹੜਾ ਇੱਕ ਬਹੁਤ ਹੀ ਨਾਰਮਲ ਬੈਕਗਰਾਊਂਡ ਤੇ ਨਾਰਮਲ ਘਰ 'ਚੋਂ ਉੱਪਰ ਉੱਠ ਕੇ ਉਹਨੇ ਤਰੱਕੀ ਕੀਤੀ, ਤੇ ਤਰੱਕੀ ਉਹਨੇ ਆਪਦੇ ਹਿੰਮਤ ਨਾਲ, ਆਪਦੀ ਮਿਹਨਤ ਨਾਲ, ਆਪਦੇ ਟੈਲੈਂਟ ਨਾਲ ਕੀਤੀ। ਅੱਜ ਉਹਦਾ ਐ ਚਲੇ ਜਾਣਾ। ਇੱਕ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ। ਸੋ ਇਸ ਕਰਕੇ ਮੈਂ ਕਹਿੰਦਾ ਕਿ ਅੱਜ ਦਾ ਦਿਨ ਕਾਲਾ ਦਿਨ ਹੈ ਪੰਜਾਬ ਦੇ ਇਤਿਹਾਸ ਵਿੱਚ, ਕਿਉਂਕਿ ਉਹਨੂੰ ਜਿਹੜੇ ਫੋਲੋ ਕਰਨ ਵਾਲੇ ਬੱਚੇ ਸੀ, ਨੌਜਵਾਨ ਸੀ, ਕਿਉਂਕਿ ਉਹਦੀ ਬਹੁਤ ਵੱਡੀ ਫੋਲੋਇੰਗ ਸੀ। ਚਾਹੇ ਫੇਸਬੁੱਕ ਦੀ ਗੱਲ ਲੈ ਲਈਏ, ਚਾਹੇ ਇੰਸਟਾਗ੍ਰਾਮ ਦੀ ਗੱਲ ਲੈ ਲਈਏ, ਬੱਚੇ ਉਹਨੂੰ ਫੋਲੋ ਕਰਦੇ ਸੀ, ਉਹਦੇ ਗਾਣਿਆਂ ਨੂੰ, ਉਹਦੇ ਸਟਾਈਲ ਨੂੰ ਪਸੰਦ ਕਰਦੇ ਸੀ। ਅੱਜ ਉਹਨਾਂ ਬੱਚਿਆਂ ਵਾਸਤੇ ਵੀ ਬਹੁਤ ਵੱਡਾ ਝਟਕਾ ਹੈ, ਕਿਉਂਕਿ ਉਹ ਵੀ ਕੀ ਸਮਝਣਗੇ ਕਿ ਪੰਜਾਬ 'ਚ ਕੀ ਕੁਛ ਹੋ ਰਿਹਾ, ਕੀ ਹਾਲਾਤ ਨੇ ਅੱਜ ਪੰਜਾਬ ਦੇ। ਮੈਂ ਅੱਜ ਦੇ ਇਸ ਕਾਲੇ ਦਿਵਸ ਤੇ ਮੈਂ ਸਿਰਫ ਤੁਹਾਡੇ ਰਾਹੀਂ 3 ਸਵਾਲ ਕਰਨਾ ਚਾਹੁੰਦਾ ਹਾਂ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ। ਪਹਿਲਾ ਸਵਾਲ ਮੇਰਾ ਇਹਨਾਂ ਨੂੰ ਇਹ ਹੈ ਕਿ ਤੁਸੀਂ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਤਾਂ ਪੂਰੇ ਕਰਦੇ ਨਹੀਂ, ਪਰ ਲੋਕਾਂ ਦਾ ਜਿਹੜਾ ਸੋਚ ਤੇ ਲੋਕਾਂ ਦੀ ਜਿਹੜੀ ਸੁੱਧੀ ਬੁੱਧੀ ਹੈ ਉਹਨੂੰ ਡਿਸਟਰੈਕਟ ਕਰਨ ਵਾਸਤੇ ਤੁਸੀਂ ਤੀਜੇ ਦਿਨ ਆਪਦੇ IT ਸੈੱਲਾਂ ਰਾਹੀਂ ਤੁਸੀਂ ਇਹ ਗੱਲ ਕੱਢਦੇ ਹੋ ਕਿ ਜੀ ਅਸੀਂ VIP ਕਲਚਰ ਖਤਮ ਕਰ ਦਿੱਤਾ। ਮੇਰੀ ਇੱਕ ਬੇਨਤੀ ਹੈ ਤੇ ਸਵਾਲ ਹੈ ਸਾਰੇ ਸੱਜਣਾਂ ਨੂੰ, ਆਮ ਆਦਮੀ ਪਾਰਟੀ ਵਾਲਿਆਂ ਨੂੰ, ਮੈਨੂੰ ਇੱਕ MLA ਦੱਸ ਦਿਓ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਜਿਹਨੇ ਸਿਕਿਉਰਿਟੀ ਨਾ ਲਈ ਹੋਵੇ, ਜਿਹੜੀ ਬਣਦੀ MLA ਦੀ ਸਿਕਿਉਰਿਟੀ ਹੈ ਉਹਨੇ ਨਾ ਲਈ ਹੋਵੇ, ਕਿਸੇ ਨੇ ਵਾਪਸ ਕੀਤੀ ਹੋਵੇ। ਮੈਨੂੰ ਇੱਕ MLA ਦੱਸ ਦਿਓ ਜਾਂ ਮੰਤਰੀ ਦੱਸ ਦਿਓ ਜਿਹੜੇ VIP ਕਲਚਰ ਦੀਆਂ ਗੱਲਾਂ ਕਰਦੇ ਆ,
ਜੋ ਉਹਨਾਂ ਦੀ ਬਣਦੀਆਂ ਗੱਡੀਆਂ, ਸਰਕਾਰੀ ਤੇਲ, ਜੋ ਕੁਝ ਵੀ ਬਣਦਾ ਉਹਨਾਂ ਨੇ ਛੱਡਿਆ ਹੋਵੇ, ਚੀਜ਼ ਉਹਦੇ ਨਾਲ ਮਿਲਣੀ ਹੈ। VIP ਕਲਚਰ ਖਤਮ, ਜਿਹੜੇ ਹਾਰੇ ਆ ਉਹਨਾਂ ਦਾ ਕਰਨਾ ਨਹੀਂ ਹੋਣਾ। ਇਹ ਦੱਸਣ ਜਿਹੜੇ ਕਹਿੰਦੇ ਅਸੀਂ VIP ਕਲਚਰ ਖਤਮ ਕਰਤਾ, ਕਿ ਇਹਨਾਂ ਨੇ ਕਿਸੇ ਨੇ ਕੋਈ ਇੱਕ ਗਨਮੈਨ ਛੱਡਿਆ, ਕਿਸੇ ਨੇ ਕੋਈ ਸਰਕਾਰੀ ਗੱਡੀ ਛੱਡੀ, ਕਿਸੇ ਨੇ ਸਰਕਾਰੀ ਤੇਲ ਛੱਡਿਆ। ਸੋ ਅੱਜ ਦੇ ਜਿਹੜੇ ਮਾਡਰਨ VIP ਨੇ, ਜਾਂ ਅੱਜ ਦੇ ਜਿਹੜੇ ਨਵੇਂ VIP ਨੇ ਪੰਜਾਬ ਦੇ, ਉਹ ਤਾਂ ਇਹ ਨੇ 92 MLA ਨਾਲ ਮੰਤਰੀ ਸਾਹਿਬਾਨ, ਮੁੱਖ ਮੰਤਰੀ ਸਾਹਿਬ, ਉਹਨਾਂ ਨੇ ਆਪਦੀ ਸਿਕਿਉਰਿਟੀ ਘਟਾਈ, ਉਹਨਾਂ ਨੇ ਆਪਦੇ ਪਰਿਵਾਰ ਦੀ ਸਿਕਿਉਰਿਟੀ ਘਟਾਈ। ਉਲਟਾ ਕੇਜਰੀਵਾਲ ਸਾਹਿਬ ਨੂੰ 90-100 ਬੰਦੇ ਦਿੱਤੇ, ਰਾਘਵ ਚੱਡਾ ਜੀ ਨੂੰ 50 ਬੰਦੇ ਦਿੱਤੇ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ, ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਠੀਕ ਹੈ, ਤੁਸੀਂ ਠੱਗ ਲਿਆ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ, ਵੱਡੀਆਂ ਵੱਡੀਆਂ ਗੱਲਾਂ ਸੁਣਾ ਕੇ, ਪਰ ਮੇਰੀ ਤਾਂ ਤੁਹਾਨੂੰ ਅੱਜ ਦੇ ਦਿਨ ਹੱਥ ਬੰਨ੍ਹ ਕੇ ਬੇਨਤੀ ਹੈ, ਪੰਜਾਬ ਦੇ ਅਮਨ ਕਾਨੂੰਨ ਨਾਲ, ਪੰਜਾਬ ਦੇ ਨੌਜਵਾਨ ਬੱਚਿਆਂ ਨਾਲ ਖੇਡੋ ਨਾ। ਇਹ ਸ਼ਰਾਰਤਾਂ ਪੰਜਾਬ ਵਾਸਤੇ ਅੱਗੇ ਬੜੀਆਂ ਮਹਿੰਗੀਆਂ ਪਈਆਂ ਸੀ, ਤੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸ਼ਰਾਰਤਾਂ ਨਾਲ ਪੰਜਾਬ ਨੂੰ ਦੁਬਾਰਾ ਕਾਲੇ ਦਿਨਾਂ 'ਚ ਨਾ ਲੈ ਕੇ ਜਾਓ। ਅਸੀਂ ਛੋਟੇ ਛੋਟੇ ਸੀ, ਅਸੀਂ ਉਹ ਕਾਲੇ ਦਿਨ ਦੇਖੇ, ਤੇ ਅੱਜ ਰੂਹ ਕੰਬਦੀ ਹੈ। ਜਿਹੜੇ ਰਾਹ ਤੁਰਨਾ ਚਾਹੁੰਦੇ ਆ, ਜੇ ਪੰਜਾਬ ਦੁਬਾਰਾ ਉਹਨਾਂ ਦਿਨਾਂ ਵਿੱਚ ਜਾਂਦਾ। ਸੋ ਮੇਰੀ ਤਾਂ ਹੱਥ ਬੰਨ੍ਹ ਕੇ ਬੇਨਤੀ ਹੈ, ਸਿਆਸਤ ਆਪਦੀ ਥਾਂ, ਪਰ ਪੰਜਾਬ ਦੀ ਅਮਨ ਸ਼ਾਂਤੀ, ਪੰਜਾਬ ਦੇ ਬੱਚਿਆਂ ਦੀ ਜ਼ਿੰਦਗੀਆਂ ਨਾਲ, ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਨਾਲ ਨਾ ਖੇਡੋ। ਇਹ ਮੇਰੀ ਇਹਨਾਂ ਨੂੰ ਬੇਨਤੀ ਹੈ। ਸਿਆਸਤ ਕਰੋ। ਜੇ ਤੁਹਾਨੂੰ ਕਾਂਗਰਸ ਵਾਲਿਆਂ ਦੇ ਗਨਮੈਨ ਨਹੀਂ ਚੰਗੇ ਲੱਗਦੇ, ਅਸੀਂ ਸਾਰੇ ਜਣੇ ਸਲਾਹ ਕਰਕੇ ਸਾਰੇ ਇਹਨਾਂ ਨੂੰ ਦੇਣ ਨੂੰ ਤਿਆਰ, ਅਸੀਂ ਇੱਕ ਵੀ ਨਹੀਂ ਰੱਖ ਕੇ ਰਾਜੀ। ਜੇ ਲੋੜ ਹੈ ਕੋਈ ਕੇਜਰੀਵਾਲ ਸਾਹਿਬ ਨੂੰ ਹੋਰ ਬੰਦੇ, ਉਹ ਵੀ ਬੇਨਤੀ ਕਰਾਂਗੇ ਭਗਵੰਤ ਮਾਨ ਜੀ ਨੂੰ ਭੇਜ ਦੇਣ। ਇਹਨਾਂ ਦੇ ਪਰਿਵਾਰ ਨੂੰ ਲੋੜ, ਉਹ ਵੀ ਬੇਨਤੀ ਕਰਾਂਗੇ ਭੇਜ ਦੇਣ। ਅਸੀਂ ਸਾਰੇ ਦੇਣ ਨੂੰ ਤਿਆਰ ਹਾਂ, ਪਰ ਫਿਰ ਜ਼ਿੰਮੇਵਾਰੀ ਚੱਕੋ। ਜਿਹੜੀ ਜ਼ਿੰਮੇਵਾਰੀ ਤੁਹਾਨੂੰ ਮਿਲੀ ਹੈ ਕਿ ਪੰਜਾਬ ਦੇ ਹਾਲਾਤ ਠੀਕ ਰਹਿਣਗੇ। ਇਹ ਦਿਨ ਦਿਹਾੜੇ ਘੇਰ ਘੇਰ ਕੇ ਹੋਣਹਾਰ ਬੱਚੇ ਨਹੀਂ ਹੈ ਮਾਰੇ ਜਾਣਗੇ। ਇਹ ਮੇਰੀ ਬੇਨਤੀ। ਸਰ ਕਿਵੇਂ ਦੇਖਦੇ ਹੋ ਜਿਹੜੀ ਗੈਂਗਸਟਰ ਨੂੰ ਲਗਾਤਾਰ ਧਮਕੀਆਂ ਦੇ ਰਹੇ ਹੈ? ਸਰ ਆਈ ਮਰਡਰ ਵੀ ਗੈਂਗਸਟਰ ਨੂੰ ਵੱਲੋਂ ਹੋਇਆ। ਮੈਂ ਸਮਝਦਾ ਜੀ ਡਰ ਹੀ ਕੋਈ ਨਹੀਂ। ਇਹ ਕੋਈ ਤਰੀਕਾ ਥੋੜਾ, ਕਦੀ ਐਵੇਂ ਸਿਵਲਾਈਜ਼ ਸਟੇਟਸ ਚੱਲਦੀਆਂ। ਮੇਰੀ ਇੱਕ ਬੇਨਤੀ ਹੈ, ਬੜੀ ਹੈਰਾਨੀ ਹੋਈ ਤੇ ਸ਼ਰਮ ਵੀ ਆਈ। ਅੱਜ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਦਿੱਲੀ ਬੈਠੇ ਇਹਨਾਂ ਦੇ IT ਸੈੱਲ ਵਾਲੇ ਆ, ਜਿਹੜੇ ਇਹਨਾਂ ਨੇ ਰੱਖੇ ਆ ਤਨਖਾਹਾਂ ਤੇ, ਉਹ ਕਹਿੰਦੇ ਆ ਜੀ ਕਿ ਇਹ ਆਪਦੇ ਗਨਮੈਨ ਨਾਲ ਕਿਉਂ ਨਹੀਂ ਲੈ ਕੇ ਗਿਆ, ਜਿਹੜਾ ਇਹਨਾਂ ਇੱਕ ਅੱਧਾ ਇਹਨੂੰ ਛੱਡਤਾ ਸੀ, ਬਾਕੀ ਦਾ ਵਿਡਰਾਅ ਕਰ ਲਈ ਸਾਰੀ ਸਿਕਿਉਰਿਟੀ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਪਹਿਲਾਂ ਪਤਾ ਕਰ ਲਓ ਗਨਮੈਨ ਸੀਗਾ ਕਿੱਥੇ। ਦੇਖੋ ਮੇਰੀ ਇੱਕ ਬੇਨਤੀ ਹੈ ਕਿ ਸਿਆਸਤ ਆਪਦੀ ਥਾਂ ਹੈ। ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਇੱਕ ਜ਼ਹਿਰ ਭਰਿਆ ਕਿ ਜੀ ਪੁਰਾਣੀਆਂ ਸਿਆਸੀ ਪਾਰਟੀਆਂ ਸਾਰੀਆਂ ਮਾੜੀਆਂ, ਉਹ VIP ਕਲਚਰ ਕਰਦੀਆਂ, ਉਹ ਕਰਪਸ਼ਨ ਕਰਦੀਆਂ, ਉਹ ਸਭ ਮਾੜੇ ਕੰਮ ਕਰਦੀਆਂ। ਇੰਨਾ ਜ਼ਹਿਰ ਭਰਿਆ, ਲੋਕਾਂ ਨੇ ਸੋਚਿਆ ਕਿ ਸ਼ਾਇਦ ਪਤਾ ਨਹੀਂ ਇਹ ਕਿੱਡਾ ਬਦਲਾਵ ਲਿਆਉਣਗੇ। ਲੋਕਾਂ ਨੇ ਇਹਨਾਂ ਦੀ ਉਹਨਾਂ ਗੱਲਾਂ 'ਚ ਆ ਕੇ ਇਹਨਾਂ ਦੇ ਯਕੀਨ ਕੀਤਾ, ਇਹਨਾਂ ਜ਼ਿੰਮੇਵਾਰੀ ਦੇਤੀ। ਅਸੀਂ ਲੋਕਾਂ ਦੇ ਜਿਹੜਾ ਫੈਸਲਾ ਉਹਦੇ ਅੱਗੇ ਸਿਰ ਝੁਕਾਉਣੇ, ਪਰ ਹੁਣ ਇਹ ਆਪਦੀ ਜ਼ਿੰਮੇਵਾਰੀ ਸਮਝੋ। ਹੁਣ ਖੇਡਣ ਨਾ, ਹੁਣ ਜ਼ਿੰਮੇਵਾਰੀ ਸਮਝਣ। ਹੁਣ ਪੰਜਾਬ ਦੀ ਜ਼ਿੰਮੇਵਾਰੀ ਇਹਨਾਂ ਦੀ ਹੈ। ਇਹ ਹਰੇਕ ਚੀਜ਼ ਨੂੰ ਸੋਸ਼ਲ ਮੀਡੀਆ ਰਾਹੀਂ ਹਾਈਲਾਈਟ ਕਰਕੇ ਉਹ ਜੋ ਪੋਲੀਟੀਕਲ ਐਡਵਾਂਟੇਜ ਲੈਣ ਦੀ ਕੋਸ਼ਿਸ਼ ਕਰਦੇ ਆ। ਮੇਰੀ ਇੱਕ ਬੇਨਤੀ ਹੈ, ਮੈਂ ਫਿਰ ਰਿਪੀਟ ਕਰ ਰਿਹਾ, ਲੈਣ ਪਹਿਲਾਂ ਆਪ ਕਰਕੇ ਦਿਖਾਉਣ।
VIP ਕਲਚਰ ਦਾ ਖਤਮ ਹੋ ਗਿਆ। ਜਿਹੜੇ ਹੁਣ MLA ਮੰਤਰੀ ਹੈ, ਜਿੰਨੀਆਂ ਬਣਦੀਆਂ ਸਿਕਿਉਰਿਟੀਆਂ ਉਹਨਾਂ ਕੋਲ ਹੈ, ਸਭ ਕੁਝ ਉਹਨਾਂ ਕੋਲ, ਦੱਸਣ ਕਿਸੇ ਨੇ ਕੋਈ ਛੱਡਿਆ ਤਾਂ 2017 'ਚ ਇਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਜੀ ਅਸੀਂ ਇਹ ਕਲਚਰ ਖਤਮ ਕਰਾਂਗੇ, ਅਸੀਂ ਬਿਲਕੁਲ ਇੱਕ ਵੀ ਗਨਮੈਨ ਨਹੀਂ ਲਵਾਂਗੇ। ਦੱਸੋ ਕਿਹੜੇ ਗਨਮੈਨ ਨੇ ਇੱਕ ਵੀ MLA ਨੇ ਛੱਡਿਆ ਗਨਮੈਨ, ਜਾਂ ਮੰਤਰੀ ਨੇ ਛੱਡਿਆ, ਜਾਂ ਅੱਗੇ ਪਿੱਛੇ ਜਿਪਸੀਆਂ ਨਹੀਂ ਲੱਗਦੀਆਂ। ਸੋ ਮੇਰੀ ਇਹ ਬੇਨਤੀ ਹੈ ਕਿ ਸਭ ਠੀਕ ਹੈ, ਪਰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਸਰਕਾਰ ਨੂੰ, ਪੰਜਾਬ ਦੀ ਸਰਕਾਰ ਨੂੰ, ਕਿ ਨਾ ਪੰਜਾਬ ਦੇ ਅਮਨ ਕਾਨੂੰਨ ਤੇ ਪੰਜਾਬ ਦੇ ਬੱਚਿਆਂ ਦੀ ਜ਼ਿੰਦਗੀਆਂ ਨੂੰ ਮਹਿਫੂਜ਼ ਰੱਖੀਏ, ਨਾ ਆਪਾਂ ਹਰੇਕ ਗੱਲ ਵਿੱਚ ਸਿਆਸਤ ਖੇਡੀਏ। ਗ੍ਰਹਿ ਵਿਭਾਗ ਵੱਲੋਂ ਇੱਕ ਚਿੱਠੀ ਜਾਰੀ ਹੁੰਦੀ ਹੈ ਜਿੰਦੇ ਵਿੱਚ ਵੇਰਵਾ ਦਿੱਤਾ ਜਾਂਦਾ ਹੈ ਕਿ ਕਿਹੜੇ VIP ਤੋਂ ਸਿਕਿਉਰਿਟੀ ਵਾਪਸ ਲਈ। ਉਸ ਚਿੱਠੀ ਨੂੰ ਜਨਤਕ ਕਰਨ ਤੇ ਕਾਫੀ ਜਿਹੜਾ ਰੋਸ ਪਾਇਆ ਜਾ ਰਿਹਾ, ਕਿਉਂਕਿ ਇਹ ਕਨਫੀਡੈਂਸ਼ੀਅਲ ਲੈਟਰ ਹੁੰਦੇ ਨੇ। ਉਹ ਮੀਡੀਆ ਵਿੱਚ ਆਈ, ਉਸ ਤੋਂ ਬਾਅਦ ਕਿਤੇ ਨਾ ਕਿਤੇ ਐਡਵਾਂਟੇਜ ਜਿਹੜਾ ਗਲਤ ਅਨਸਰਾਂ ਨੂੰ ਉਸ ਚੀਜ਼ ਦਾ ਮਿਲਿਆ। ਬਿਲਕੁਲ ਬਿਲਕੁਲ। ਦੇਖੋ, ਇੱਕ ਮੇਰੀ ਬੇਨਤੀ ਹੈ, ਇਹ ਸਭ ਕੌਨਫੀਡੈਂਸ਼ੀਅਲ ਗੱਲਾਂ। ਗ੍ਰਹਿ ਵਿਭਾਗ ਇਹ ਚੌਥੀ ਲਿਸਟ ਹੈ ਜੀ, ਇਹ ਪਹਿਲੀ ਲਿਸਟ ਨਹੀਂ ਗਈ। 2 ਮਹੀਨਿਆਂ 'ਚ ਸਰਕਾਰ ਨੇ ਹੋਰ ਕੋਈ ਕੰਮ ਨਹੀਂ ਕੀਤਾ, ਨਾ ਬਿਜਲੀ ਵੱਲ ਨਹੀਂ ਧਿਆਨ ਦਿੱਤਾ, ਨਾ ਇਹਨਾਂ ਨੇ ਅਮਨ ਕਾਨੂੰਨ ਵੱਲ ਨਹੀਂ ਧਿਆਨ ਦਿੱਤਾ, ਨਾ ਇਹਨਾਂ ਨੇ ਬੀਬੀਆਂ ਨੂੰ ਜਿਹੜਾ 1000 ਰੁਪਇਆ ਦੇਣਾ ਸੀ ਉਹਦੇ ਵੱਲ ਨਹੀਂ ਧਿਆਨ ਦਿੱਤਾ। ਸਿਰਫ ਚੌਥੀ ਵਾਰੀ 10-10 ਦਿਨਾਂ ਬਾਅਦ ਇਹ ਡਰਾਮਾ ਕਰਦੇ ਆ ਲੋਕਾਂ ਦੀ ਜਿਹੜੀ ਹੈ ਅਟਰੈਕਸ਼ਨ ਆ ਉਹ ਇੱਧਰ ਲੈ ਕੇ ਆਉਣ ਵਾਸਤੇ। ਇਹ ਚੌਥੀ ਵਾਰੀ ਲਿਸਟਾਂ ਇਹਨਾਂ ਨੇ ਲੀਕ ਕੀਤੀਆਂ, ਖਬਰਾਂ ਕਰਦੇ VIP ਕਲਚਰ ਕਰਾ। ਕੱਲਾ ਪੰਜਾਬ 'ਚ ਨਹੀਂ, ਇਹਦੇ ਇਸ਼ਤਿਹਾਰ ਸਰਕਾਰੀ ਪੈਸੇ ਨਾਲ ਗੁਜਰਾਤ 'ਚ ਲਵਾਉਂਦੇ ਆ, ਹਿਮਾਚਲ 'ਚ ਲਵਾਉਂਦੇ ਆ, ਸਾਊਥ 'ਚ ਲਵਾਉਂਦੇ ਆ। ਸਰਕਾਰੀ ਪੰਜਾਬ ਦੇ ਪੈਸੇ ਨਾਲ ਇਸ ਗੱਲ ਦੇ ਇਸ਼ਤਿਹਾਰ ਕੇਜਰੀਵਾਲ ਸਾਹਿਬ ਦੀ ਫੋਟੋ ਲਾ ਕੇ ਇਹ ਦੂਜੀਆਂ ਸਟੇਟਾਂ 'ਚ ਲਵਾਉਂਦੇ ਕਿ ਅਸੀਂ ਪੰਜਾਬ 'ਚ VIP ਕਲਚਰ ਖਤਮ ਕਰਤਾ, ਤਾਂ ਕਿ ਅਸੀਂ ਆਪਦੀ ਪਾਰਟੀ ਨੂੰ ਪ੍ਰਮੋਟ ਕਰ ਸਕੀਏ। ਜਿਵੇਂ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਉਵੇਂ ਦੂਜਿਆਂ ਨੂੰ ਕਰ ਸਕੀਏ। ਸੋ ਮੈਂ ਸਮਝਦਾ ਕਿ ਜਿਹੜੇ ਇਹਨਾਂ ਦੇ ਪ੍ਰਾਈਵੇਟ ਇਹਨਾਂ ਨੇ ਬੰਦੇ ਰੱਖੇ ਆ, ਜਿਹੜੇ IT ਹੈਂਡਲ ਕਰਦੇ ਆ, ਜਿਹੜੇ ਮਤਲਬ ਹਰੇਕ ਪੋਸਟ ਤੇ ਆਪਦੇ ਕਮੈਂਟ ਪਾਉਂਦੇ ਆ, ਜਿਨ੍ਹਾਂ ਨੂੰ 100 ਬੰਦੇ ਨੂੰ ਇਹਨਾਂ ਨੇ ਪੰਜਾਬ ਵਿੱਚ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਵਿੱਚ ਬੈਕਡੋਰ ਰਾਹੀਂ 1 ਲੱਖ ਰੁਪਈਆ ਨੌਕਰੀ ਤੇ ਭਰਤੀ ਕਰ ਲਿਆ। ਇਹ ਸਭ ਉਹਨਾਂ ਨੂੰ ਲਿਸਟਾਂ ਜਾਂਦੀਆਂ, ਉਹ ਰੋਜ਼ ਲੀਕ ਕਰਦੇ, ਇਹਨਾਂ ਦੀ ਖਬਰਾਂ ਬਣਾਉਂਦੇ। ਤੁਸੀਂ ਮੰਨੋ, ਪੰਜਾਬ ਦੇ ਕਿਸੇ ਬੱਚੇ ਨੂੰ ਤਾਂ ਕੀ ਨੌਕਰੀ ਦੇਣੀ ਸੀ? ਦਿੱਲੀੋਂ ਲਿਆ ਕੇ ਜਿਹੜੇ ਇਹਨਾਂ ਦੇ ਇਲੈਕਸ਼ਨਾਂ ਵਿੱਚ IT ਮੈਨੇਜ ਕਰਦੇ ਸੀ, ਉਹ 100 ਬੰਦੇ ਨੂੰ 1 ਲੱਖ ਰੁਪਈਆ ਇੱਕ ਬੰਦੇ ਨੂੰ ਤਨਖਾਹ ਤੇ ਇਹਨਾਂ ਨੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਵਿੱਚ ਬੈਕਡੋਰ ਰੱਖ ਲਿਆ ਕਿ ਤਾਂ ਕਿ ਉਹ ਆਮ ਆਦਮੀ ਪਾਰਟੀ ਦੀਆਂ ਆਹ ਖਬਰਾਂ ਚਲਾ ਸਕਣ। ਬੱਚਿਆਂ ਨੂੰ ਨੌਕਰੀਆਂ ਦਾ ਕੀ ਦੇਣੀਆਂ ਸੀ? ਰਿਟਾਇਰਡ ਪਟਵਾਰੀ ਰੱਖ ਲਏ ਦੁਬਾਰ ਤੋਂ। ਇਸ ਕਰਕੇ ਮੇਰੀ ਬੇਨਤੀ ਹੈ, ਠੀਕ ਹੈ ਤੁਸੀਂ ਵਾਅਦੇ ਕੀਤੇ ਹੈ, ਤੁਸੀਂ ਪੂਰੇ ਨਾ ਕਰੋ, ਤੁਸੀਂ ਲੋਕਾਂ ਨੂੰ ਜਵਾਬ ਦੇ। ਪਰ ਮੈਂ ਤਾਂ ਅੱਜ ਸਿਰਫ ਇਹਨਾਂ ਨੂੰ ਇਹ ਬੇਨਤੀ ਕਰਾਂਗੇ ਕਿ ਪੰਜਾਬ ਦੇ ਅਮਨ ਕਾਨੂੰਨ, ਕਿਉਂਕਿ ਪੰਜਾਬੀਆਂ ਨੇ ਅੱਗੇ ਬਹੁਤ ਕਾਲੇ ਦਿਨ ਦੇਖੇ, ਬਹੁਤ ਨੁਕਸਾਨ ਪੰਜਾਬ ਨੇ ਕਰਾਇਆ, ਦੁਬਾਰ ਤੋਂ ਪੰਜਾਬ ਨੂੰ ਉਸ ਪਾਸੇ ਨਾ ਧੱਕੋ। ਮੇਰੀ ਤਾਂ ਇਹੀ ਬੇਨਤੀ ਹੈ। ਤੁਹਾਨੂੰ ਇਹ ਲੱਗ ਰਿਹਾ ਵੀ ਜਿਹੜਾ ਆਮ ਆਦਮੀ ਪਾਰਟੀ ਦਾ IT ਸੈੱਲ ਆ, ਉਹ ਇਹ ਸਾਬਤ ਕਰਨ 'ਚ ਲੱਗਿਆ ਹੋਇਆ ਵੀ ਸਿੱਧੂ ਮੂਸੇਵਾਲਾ ਆਪਦੀ ਮੌਤ ਆਪ ਜ਼ਿੰਮੇਵਾਰ ਹੈ? ਬਿਲਕੁਲ। ਤੁਸੀਂ ਉਹਨਾਂ ਦੇ IT ਸੈੱਲ ਦੇ, ਮੈਂ ਹਾਲੀ ਸਾਹਿਬ ਤੁਹਾਨੂੰ ਭੇਜ ਦਿੰਦਾ, ਜਿਹੜੇ ਉਹਨਾਂ ਨੇ ਕੱਲ ਦੇ ਟਵੀਟ ਕੀਤੇ ਹੈ, ਸਾਰੇ ਹਿੰਦੀ 'ਚ, ਕਿਉਂਕਿ ਦਿੱਲੀੋਂ ਕਰ ਰਹੇ। ਤੁਸੀਂ ਆਪ ਟਵੀਟ ਪੜ੍ਹ ਲਓ, ਤੁਸੀਂ ਹੈਰਾਨ ਹੋ ਜਾਓਗੇ। ਦਿੱਲੀੋਂ ਬੈਠੇ ਟਵੀਟ ਕਰ ਰਹੇ ਕਿ ਇਹ ਜੀ ਸਿੱਧੂ ਮੂਸੇਵਾਲੇ ਨੇ ਗਲਤੀ ਕੀਤੀ ਜੀ, ਗਨਮੈਨ ਨਹੀਂ ਲੈ ਕੇ ਗਿਆ ਜੀ, ਬੁਲਟ ਪ੍ਰੂਫ ਗੱਡੀ ਉਹਨੇ ਵਿਚਾਰੇ ਨੇ, ਉਹਨੂੰ ਪਤਾ ਸੀ, ਪਿੱਟ ਮਾਰ ਗਿਆ, ਉਹਨੂੰ ਪਤਾ ਸੀ ਇਹ ਸੁਣਦੇ ਨਹੀਂ, ਉਹਨੇ ਆਪਦੇ ਪੈਸਿਆਂ ਨਾਲ ਕਰਾਈ ਸੀ, ਸਰਕਾਰ ਨੇ ਨਹੀਂ ਦਿੱਤੀ ਸੀ। ਕੁਦਰਤੀ ਗੱਡੀ ਖਰਾਬ ਸੀ, ਗਨਮੈਨ ਵਾਪਸ ਲੈ ਲਏ। ਜਿਹੜਾ ਇੱਕ ਰਹਿੰਦਾ ਸੀ ਛੁੱਟੀ ਗਿਆ ਹੋਇਆ ਸੀ, ਤੇ ਹੁਣ ਸਿੱਧੂ ਮੂਸੇਵਾਲਾ ਵਿਚਾਰਾ ਕੀ ਕਰੇ ਉੱਥੇ। ਸੋ ਇਸ ਕਰਕੇ ਬਹੁਤ ਹੀ ਦੁਖਦਾਈ ਦਿਨ ਹੈ। ਠੀਕ ਹੈ, ਮਾਂ ਦਾ ਪੁੱਤ ਚਲੇ ਗਿਆ, ਉਹਨੇ ਆਪਦੀ ਮਿਹਨਤ ਨਾਲ ਨਾ ਕਮਾਇਆ ਸੀ, ਪਰ ਅਸੀਂ ਚਾਹੁੰਦੇ ਹਾਂ ਪੰਜਾਬ ਵਿੱਚ ਹੋਰ ਮਾਵਾਂ ਦੇ ਪੁੱਤ ਨਾ ਜਾਣ, ਫਿਰ ਤੋਂ ਪੰਜਾਬ ਉਹਨਾਂ ਮਾੜੇ ਦਿਨਾਂ ਵਿੱਚ ਨਾ ਜਾਵੇ। ਸਾਡੀ ਇਹ ਬੇਨਤੀ ਹੈ ਕਿ ਸੀਰੀਅਸ ਹੋਣ, ਸਰਕਾਰ ਨੂੰ ਸੀਰੀਅਸਲੀ ਚਲਾਉਣ। ਇਹਨੂੰ ਕੱਲਾ ਸ਼ੋਹਰਤ ਲੈਣ ਵਾਸਤੇ, ਨਿੱਕੀਆਂ ਨਿੱਕੀਆਂ ਖਬਰਾਂ ਨੂੰ ਵੱਡੇ ਕਰਨ ਵਾਸਤੇ
ਇਹ ਆਈਟੀ ਰਾਹੀਂ ਜਾਂ ਆਪਣੇ ਸੋਸ਼ਲ ਮੀਡੀਆ ਰਾਹੀਂ ਇਹ ਨਾ ਕਰਨ ਬ੍ਰੇਕਿੰਗ ਇਹ ਕੀ ਬ੍ਰੇਕਿੰਗ ਇਹ ਕਿ ਅਸੀਂ ਸਿਕਿਉਰਿਟੀ ਵਾਪਸ ਲੈ ਲਈ। ਇਹੀ ਖਬਰਾਂ ਪਿਛਲੇ 4 ਵਾਰੀ 2 ਮਹੀਨੇ ਚਲਾਈਆਂ ਇਹਨਾਂ ਨੇ। ਢਿੱਲੋਂ ਸਾਹਿਬ, ਇੱਕ ਉਹਨਾਂ ਨੇ ਸਿੱਧੂ ਸਾਹਿਬ ਦੇ ਜਿਹੜੇ ਫਾਦਰ ਸਾਹਿਬ ਉਹਨਾਂ ਨੇ ਚਿੱਠੀ ਲਿਖੀ ਮੁੱਖ ਮੰਤਰੀ ਪੰਜਾਬ ਨੂੰ। ਉਹਨਾਂ ਨੇ ਕਿਹਾ ਕਿ ਜੇ ਉਹਨਾਂ ਦੇ ਪੁੱਤ ਦੀ ਮੌਤ ਹੋਈ ਹੈ, ਪੰਜਾਬ ਸਰਕਾਰ ਦੀ ਅਣਗਹਿਲੀ ਨਾਲ ਹੋਈ ਹੈ, ਸਿਟਿੰਗ ਜਸਟਿਸ ਤੋਂ ਉਹਨਾਂ ਨੇ ਜਾਂਚ ਦੀ ਗੱਲ ਕਹੀ ਹੈ, ਤੇ ਨਾਲ ਭਗਵੰਤ ਮਾਨ ਦਾ ਟਵੀਟ ਆਉਂਦਾ ਹੈ ਕਿ ਜੋ ਵੀ ਦੋਸ਼ੀ ਹੈ ਉਹ ਸਾਹਮਣੇ ਜਾਵੀ ਜਾਂਦੇ ਨੇ। ਦੇਖੋ ਚਲੋ ਉਹ ਤਾਂ ਹੁਣ ਇਸ ਵੇਲੇ ਪਰਿਵਾਰ ਦੀ ਸੁੱਤਾ ਆਪਾਂ ਦੇਖ ਸਕਦੇ ਹਾਂ, ਜੋ ਵਿਚਾਰੇ ਮੰਗ ਸਕੇ ਉਹਨਾਂ ਨੇ ਮੰਗਿਆ। ਮੈਂ ਪੜ੍ਹ ਰਿਹਾ ਸੀ, ਸਰਕਾਰ ਨੇ ਵੀ ਕਿਹਾ ਅਸੀਂ ਤਿਆਰ ਹੈ ਜੀ ਕਰਾਉਣ। ਹੁਣ ਸਰਕਾਰ ਨੂੰ ਪਤਾ ਹੈ ਕਿ ਉਹਨਾਂ ਤੋਂ ਬਹੁਤ ਵੱਡੀ ਗਲਤੀ ਹੋ ਗਈ। ਹੁਣ ਸਰਕਾਰ ਦਵਾ ਦਾ ਪੱਲਾ ਚੜਾਉਣਾ ਚਾਹੁੰਦੀ ਹੈ ਕਿ ਦੱਸੋ ਜੀ ਸਿਟਿੰਗ ਜੱਜ ਤੋਂ ਕਰਾਉਣਾ, ਸਿਟਿੰਗ ਜੱਜ ਤੋਂ ਕਰਾ ਦਿੰਦੇ ਆ, ਫਲਾਣੇ ਤੋਂ ਕਰਾਉਣਾ, ਫਲਾਣੇ ਤੋਂ ਕਰਾ ਦਿੰਦੇ ਆ। ਹੁਣ ਸਰਕਾਰ ਪੱਲਾ ਝਾੜਨਾ ਚਾਹੁੰਦੀ ਹੈ। ਮੇਰੀ ਇੱਕ ਬੇਨਤੀ ਹੈ, ਝਾੜ ਲੈਣ ਗਾਂ ਨੂੰ। ਜੇ ਇਹ ਸਮਝਦੇ ਆ ਕਿ ਇੰਨੇ ਨਲਾਇਕ ਹੈ ਆਪ ਨਹੀਂ ਕੁਝ ਕਰ ਸਕਦੇ, ਝਾੜ ਲੈਣ। ਪਰ ਮੇਰੀ ਬੇਨਤੀ ਹੈ ਕਿ ਜਿਹੜਾ ਨੁਕਸਾਨ ਹੋ ਚੁੱਕਿਆ ਉਹਦੀ ਜ਼ਿੰਮੇਵਾਰ ਕੌਣ ਹੈ? ਉਹ ਕਿਹਦੀ ਜ਼ਿੰਮੇਵਾਰੀ ਹੈ? ਕੱਲ ਡੀਜੀਪੀ ਸਾਹਿਬ ਕਹਿ ਰਹੇ ਸੀ ਕਿ ਜੀ ਇਹ ਗੈਂਗ ਵਾਰ ਹੈ, ਤੇ ਜੇ ਡੀਜੀਪੀ ਸਾਹਿਬ ਨੂੰ ਪਤਾ ਸੀ ਤੇ ਫਿਰ ਮੂਸੇ ਵਾਲੇ ਦੀ ਸਿਕਿਉਰਿਟੀ ਕਿਉਂ ਵਾਪਸ ਲਈ? ਜਦੋਂ ਆਪਾਂ ਨੂੰ ਪਤਾ ਹੈ ਕਿ ਬੰਦਾ ਖਤਰੇ 'ਚ ਹੈ ਤੇ ਫਿਰ ਉਹਦੀ ਸਿਕਿਉਰਿਟੀ ਕਿਉਂ ਵਾਪਸ ਲਈ? ਸੋ ਮੈਂ ਸਮਝਦਾ ਇਹ ਬਹੁਤ ਵੱਡੀ ਇੱਕ ਸਾਜ਼ਿਸ਼ ਹੈ। ਪੰਜਾਬ ਦਾ ਜਿਹੜਾ ਅਮਨ ਕਾਨੂੰਨ ਆ ਉਹਨੂੰ ਡਿਸਟਰਬ ਕਰਨ ਦੀ ਇੱਕ ਸਾਜ਼ਿਸ਼ ਹੈ। ਪੰਜਾਬ ਵਿੱਚ ਵੰਡੀਆਂ ਪਾਉਣ ਦੀ ਇੱਕ ਸਾਜ਼ਿਸ਼ ਹੈ। ਸੋ ਜਿੱਥੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਆਪਾਂ ਸੰਜਮ ਬਣਾ ਕੇ ਰੱਖੀਏ, ਉੱਥੇ ਸਰਕਾਰ ਮੂਹਰੇ ਵੀ ਹੱਥ ਜੋੜਦਾ ਹੈ ਕਿ ਸਿਆਸਤ ਤੱਕ ਰੱਖੋ, ਪੰਜਾਬ ਨੂੰ ਉਜਾੜਨ ਵਾਲੇ ਪਾਸੇ ਨਾ ਲੈ ਕੇ ਜਾਓ। ਇਹੀ ਮੇਰੀ ਬੇਨਤੀ।